ਇਹ ਵੀਡੀਓ ਪੰਜਾਬ ਹੈੱਡ ਕਾਂਸਟੇਬਲ ਦੀ ਜੀਕੇ ਲਈ ਆ, ਤਾਂ ਇਸ ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ। ਤਾਂ ਇਹ ਕੁਐਸਚਨ ਜਿਹੜੇ ਸਾਹਮਣੇ ਲਿਖੇ ਹੋਏ ਆ ਤੁਹਾਡੇ, ਇਹ ਮੈਂ ਤੁਹਾਨੂੰ ਬੋਲ ਕੇ ਦੱਸੂਗਾ, ਅਤੇ ਇਹਨਾਂ ਕੁਐਸਚਨਾਂ ਵਿੱਚ ਜਿਹੜੇ ਹੋਰ ਇਹਨਾਂ ਬਾਰੇ ਜਾਣਕਾਰੀ ਦੇਵਾਂਗਾ ਉਹਨੂੰ ਵੀ ਆਪਣੀ ਕਾਪੀ ਨੋਟ ਕਰ ਲਿਓ, ਕਿਉਂਕਿ ਕੋਈ ਵੀ ਕੁਐਸਚਨ ਇਹਨਾਂ ਨਾਲ ਰਿਲੇਟਡ ਤੁਹਾਡੇ ਤੋਂ ਜਿਹੜਾ ਹੈਗਾ ਪੁੱਛਿਆ ਸਕਦਾ ਹੈ। ਇਹਦੇ ਵਿੱਚ ਇੰਡੀਅਨ ਜੀਕੇ ਅਤੇ ਪੰਜਾਬ ਜੀਕੇ ਦੇ ਕੁਐਸਚਨ ਵਿੱਚ ਮਿਕਸ ਕੀਤੇ ਗਏ ਆ। ਤਾਂ ਵੇਖਦੇ ਹਾਂ ਪਹਿਲਾ ਕੁਐਸਚਨ, ਭਾਰਤ ਦਾ ਸੰਵਿਧਾਨ ਕਦੋਂ ਲਾਗੂ ਹੋਇਆ? ਭਾਰਤ ਦਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ, ਪਰ ਜਿਹੜਾ ਇਹ ਬਣਾਇਆ ਗਿਆ 26 ਨਵੰਬਰ 1949 ਨੂੰ ਬਣ ਗਿਆ ਸੀ, ਪਰ ਜਿਹੜਾ ਲਾਗੂ ਹੋਇਆ ਇਹ ਹੋਇਆ 26 ਜਨਵਰੀ 1950। ਤਾਂ ਇਸ ਸੰਵਿਧਾਨ ਨੂੰ ਬਣਨ ਲਈ 2 ਸਾਲ 11 ਮਹੀਨੇ ਅਤੇ 18 ਦਿਨ ਟੋਟਲ ਲੱਗੇ ਸੀ। ਇਹ ਵੀ ਪੁੱਛਿਆ ਜਾ ਸਕਦਾ ਕਿ ਇਹਨੂੰ ਬਣਾਉਣ ਲਈ ਕਿੰਨਾ ਟਾਈਮ ਲੱਗਿਆ ਸੀਗਾ, ਜਾਂ ਇਹ ਜਦੋਂ ਸ਼ੁਰੂ ਵਿੱਚ ਕਦੋਂ ਬਣਿਆ। ਤਾਂ ਇਹਨਾਂ ਗੱਲਾਂ ਤੁਸੀਂ ਧਿਆਨ ਨਾਲ ਰੱਖਣਾ ਜਾਂ ਲਿਖ ਲਿਓ ਕਿਤੇ ਵੀ ਆਪਣੀ ਕਾਪੀ 'ਤੇ। ਅਤੇ ਦੂਸਰਾ ਕੁਐਸਚਨ, ਲੋਕ ਸਭਾ ਦਾ ਪਹਿਲਾ ਸਪੀਕਰ ਕੌਣ ਸੀ? ਤਾਂ ਲੋਕ ਸਭਾ ਦਾ ਪਹਿਲਾ ਸਪੀਕਰ ਗਣੇਸ਼ ਵਾਸੂਦੇਵ ਸੀ। ਇਹਨਾਂ ਦਾ ਜਨਮ 17 ਨਵੰਬਰ 1888 ਈਸਵੀ ਨੂੰ ਬਾਰੋਕਾ ਵਿਖੇ ਹੋਇਆ, ਅਤੇ ਇਹਨਾਂ ਦਾ ਇਹ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਸੰਬੰਧ ਰੱਖਦੇ ਸਨ। ਇਹ 1952 ਤੋਂ ਲੈ ਕੇ 56 ਤੱਕ ਸਪੀਕਰ ਰਹੇ। ਫਿਰ 27 ਨਵੰਬਰ 1956 ਨੂੰ 67 ਸਾਲ ਦੀ ਉਮਰ ਵਿੱਚ ਇਹਨਾਂ ਦੀ ਜਿਹੜੀ ਆ ਡੈਥ ਹੋ ਗਈ ਸੀ। ਤੀਜਾ ਕੁਐਸਚਨ ਆ, ਭਾਰਤ ਰਤਨ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਔਰਤ ਕੌਣ ਸੀ? ਤਾਂ ਪਹਿਲੀ ਔਰਤ ਸੀਗੀ ਇੰਦਰਾ ਗਾਂਧੀ। ਤਾਂ ਇਹ ਜਿਹੜਾ ਭਾਰਤ ਰਤਨ ਅਵਾਰਡ ਆ ਇਹ ਸ਼ੁਰੂ ਹੋਇਆ ਸੀ 2 ਜਨਵਰੀ 1954 ਈਸਵੀ ਨੂੰ। ਤਾਂ ਹਰੇਕ ਸਾਲ ਇਹ 26 ਜਨਵਰੀ ਨੂੰ ਰਾਸ਼ਟਰਪਤੀ ਦੁਆਰਾ ਦਿੱਤਾ ਜਾਂਦਾ ਹੈ। ਇਹ ਜ਼ਰੂਰੀ ਹੈ ਕਿ ਜਿਹੜਾ ਜਿਹਨੂੰ ਇਹ ਪੁਰਸਕਾਰ ਦੇਣਾ ਉਹ ਨਾਗਰਿਕ ਜਿਹੜਾ ਭਾਰਤ ਦਾ ਹੋਵੇ। ਤਾਂ ਹੁਣ ਤੱਕ 2022 ਤੱਕ ਇਹ 48 ਵਿਅਕਤੀਆਂ ਨੂੰ ਇਹ ਜਿਹੜਾ ਅਵਾਰਡ ਦਿੱਤਾ ਜਾ ਚੁੱਕਿਆ। ਇਹਦੇ ਵਿੱਚ ਕੋਈ ਨਗਦ ਰਾਸ਼ੀ ਨਹੀਂ ਦਿੱਤੀ ਜਾਂਦੀ, ਇੱਕ ਪ੍ਰਮਾਣ ਪੱਤਰ ਅਤੇ ਇੱਕ ਪ੍ਰਸ਼ੰਸਾ ਪੱਤਰ ਤਗਮਾ ਦਿੱਤਾ ਜਾਂਦਾ ਇਹਦੇ ਵਿੱਚ। ਪਰ ਸਾਰੀ ਉਮਰ ਲਈ ਰੇਲਵੇ ਅਤੇ ਹਵਾਈ ਯਾਤਰਾ ਫਸਟ ਕਲਾਸ ਵਿੱਚ ਉਸਨੂੰ ਫ੍ਰੀ ਦਿੱਤੀ ਜਾਂਦੀ ਹੈ। ਤਾਂ ਅਗਲਾ ਕੁਐਸਚਨ ਹੈਗਾ, ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਿਆਂ ਲਈ ਕਿਹੜਾ ਪੁਰਸਕਾਰ ਦਿੱਤਾ ਜਾਂਦਾ ਹੈ? ਤਾਂ ਉਹ ਦਿੱਤਾ ਜਾਂਦਾ ਹੈ ਅਰਜਨ ਪੁਰਸਕਾਰ, ਕਿਉਂਕਿ ਅਰਜਨ ਖੇਡਾਂ ਵਿੱਚ ਜਾਣ ਕੇ ਆਪਣੀ ਕਲਾ ਵਿੱਚ ਮਹਾਰਤ ਪ੍ਰਾਪਤ ਸੀ, ਨਿਸ਼ਾਨੇਬਾਜ਼ੀ ਵਿੱਚ। ਤਾਂ ਇਹ ਜਿਹੜਾ ਅਵਾਰਡ ਆ 1961 ਵਿੱਚ ਸ਼ੁਰੂ ਹੋਇਆ। ਇਹਦੇ ਵਿੱਚ ਅਰਜਨ ਦੀ ਇੱਕ ਕਾਂਸੇ ਦੀ ਮੂਰਤੀ ਦਿੱਤੀ ਜਾਂਦੀ ਹੈ, ਇੱਕ ਪ੍ਰਸ਼ੰਸਾ ਪੱਤਰ ਦਿੱਤਾ ਜਾਂਦਾ ਅਤੇ ਨਾਲ 15 ਲੱਖ ਰੁਪਏ ਨਗਦ ਦਿੱਤੇ ਜਾਂਦੇ ਹਨ। ਜਿਹੜਾ ਇਹ ਪਹਿਲਾ ਅਵਾਰਡ ਜਿਸ ਨੂੰ ਮਿਲਿਆ ਸੀ ਉਹਦਾ ਨਾਮ ਸੀ ਕ੍ਰਿਸ਼ਨ ਦਾਸ ਨੂੰ ਤੀਰਅੰਦਾਜ਼ੀ ਵਿੱਚ 1981 ਈਸਵੀ ਵਿੱਚ ਇਹ ਜਿਹੜਾ ਪੁਰਸਕਾਰ ਦਿੱਤਾ ਗਿਆ ਸੀਗਾ। ਪੰਜਵਾਂ ਕੁਐਸਚਨ, ਕਿਮੋਨੋ ਕਿਸ ਦੇਸ਼ ਦੇ ਪਹਿਰਾਵੇ ਦੀ ਸ਼ੈਲੀ ਹੈ? ਮਤਲਬ ਕਿ ਕਿਹੜੇ ਦੇਸ਼ ਦਾ ਟ੍ਰੈਡੀਸ਼ਨ ਜਿਹੜਾ ਡਰੈਸ ਆ ਜਿਹੜੀ ਕਿਮੋਨੋ, ਇਹ ਜਾਪਾਨ ਦੀ, ਜਿਵੇਂ ਆਪਣੀ ਪੰਜਾਬ ਦੀ ਕੁੜਤਾ ਪਜਾਮਾ ਲਾ ਲਓ, ਠੀਕ ਆ। ਉਸ ਤੋਂ ਬਾਅਦ ਆ ਗਿਆ 6ਵਾਂ ਕੁਐਸਚਨ, ਧਰਤੀ ਦਾ ਦਿਨ ਕਦੋਂ ਮਨਾਇਆ ਜਾਂਦਾ ਹੈ? ਧਰਤੀ ਦਾ ਦਿਨ ਆ ਜਿਹੜਾ 22 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ, ਅਤੇ ਇਹਨੂੰ ਹਰੇਕ ਸਾਲ 192 ਦੇਸ਼ ਟੋਟਲੀ ਇਸ ਨੂੰ ਮਨਾਉਂਦੇ ਹਨ। ਅਤੇ ਇਹ ਜਿਹੜਾ ਦੇਸ਼ ਆ ਇਹ ਕਿਉਂ ਸਟਾਰਟ ਹੋਇਆ? ਇਹ ਸਟਾਰਟ ਹੋਇਆ ਜਦੋਂ 1960-70 ਦੇ ਦਹਾਕਿਆਂ ਵਿੱਚ ਅੰਨ੍ਹੇਵਾਹ ਦਰੱਖਤ ਕੱਟੇ ਜਾ ਸਨ, ਤਾਂ ਕਿਸੇ ਦਾ ਵੀ ਧਿਆਨ ਧਰਤੀ ਨੂੰ ਬਚਾਉਣ ਵੱਲ ਨਹੀਂ ਸੀਗਾ, ਕਿਉਂਕਿ ਦਰੱਖਤ ਬਹੁਤ ਜ਼ਿਆਦਾ ਤਾਦਾਦ ਵਿੱਚ ਕੱਟੇ ਜਾ ਰਹੇ ਸਨ। ਤਾਂ ਉਦੋਂ ਦੁਨੀਆ ਧਿਆਨ ਇੱਧਰ ਕਰਨ ਲਈ 1969 ਈਸਵੀ ਵਿੱਚ ਵਾਸ਼ਿੰਗਟਨ ਵਿੱਚ ਇੱਕ ਮੀਟਿੰਗ ਹੋਈ, ਜਿਹਦੇ ਵਿੱਚ ਇਹ ਤੈਅ ਕੀਤਾ ਗਿਆ ਕਿ 1970 ਤੋਂ ਬਾਅਦ ਇਹ ਜਿਹੜਾ ਦਿਨ ਆਪਣਾ ਧਰਤੀ ਦਿਵਸ ਆ 22 ਅਪ੍ਰੈਲ ਨੂੰ ਮਨਾਇਆ ਜਾਵੇਗਾ। ਅਗਲਾ ਕੁਐਸਚਨ, ਮਨੁੱਖੀ ਸਰੀਰ ਦਾ ਸਭ ਤੋਂ ਲੰਬਾ ਸੈੱਲ ਕਿਹੜਾ ਹੈ? ਮਨੁੱਖੀ ਸਰੀਰ ਦਾ ਸਭ ਤੋਂ ਜਿਹੜਾ ਲੰਬਾ ਸੈੱਲ ਹੈ ਉਹ ਨਰਵ ਸੈੱਲ ਹੈ। ਨਰਵ ਸੈੱਲ ਕੀ ਹੁੰਦਾ? ਨਰਵ ਸੈੱਲ ਉਹ ਆ ਜਿਹੜਾ ਆਪਣੇ ਦਿਮਾਗ ਨਾਲ ਜੁੜਿਆ ਹੁੰਦਾ ਹੈ, ਅਤੇ ਇਹ ਸਾਰੀ ਸੂਚਨਾ, ਇਹਨੂੰ ਸੰਦੇਸ਼ਵਾਹਕ ਸੈੱਲ ਵੀ ਕਿਹਾ ਜਾਂਦਾ, ਕਿਉਂਕਿ ਕੋਈ ਵੀ ਕੰਮ ਕਰਨਾ ਤਾਂ ਪਹਿਲਾਂ ਦਿਮਾਗ ਵਿੱਚ ਉਹ ਕੰਮ ਆਪਣੇ ਆਉਂਦਾ, ਅਤੇ ਫਿਰ ਨਰਵ ਸੈੱਲ ਉਹੀ ਆਪਣੇ ਬਾਕੀ ਅੰਗਾਂ ਤੱਕ ਪਹੁੰਚਾਉਂਦਾ ਵੀ ਤੁਸੀਂ ਆਹ ਕੰਮ ਕਰਨਾ। ਜਿਵੇਂ ਤੁਸੀਂ ਕੋਈ ਬਾਲਟੀ ਚੱਕਣੀ ਆ, ਤਾਂ ਉਹ ਜਿਹੜਾ ਪਹਿਲਾ ਸੰਦੇਸ਼ ਤੁਹਾਡੇ ਦਿਮਾਗ ਤੱਕ ਗਿਆ, ਦਿਮਾਗ ਤੋਂ ਨਰਵ ਸੈੱਲ ਉਹੀ ਸੰਦੇਸ਼ ਤੁਹਾਡੇ ਹੱਥਾਂ ਤੱਕ ਲੈ ਕੇ ਜਾਊਗਾ ਕਿ ਇਸ ਨੂੰ ਚੁੱਕਣਾ। ਤਾਂ ਇਹ ਕੰਮ ਜਿਹੜਾ ਸੰਦੇਸ਼ ਦਾ ਕੰਮ ਨਰਵ ਸੈੱਲ ਕਰਦਾ ਹੈ। ਅਗਲਾ ਕੁਐਸਚਨ, ਹਰ ਸਾਲ ਕਿੰਨੇ ਨੋਬਲ ਪੁਰਸਕਾਰ ਦਿੱਤੇ ਜਾਂਦੇ ਹਨ? ਤਾਂ ਹਰ ਸਾਲ ਜਿਹੜੇ ਆ 6 ਨੋਬਲ ਪੁਰਸਕਾਰ ਦਿੱਤੇ ਜਾਂਦੇ ਆ। ਇਹਦੀ ਸਥਾਪਨਾ ਜਿਹੜੀ ਆ 1895 ਈਸਵੀ ਵਿੱਚ ਸਰ ਐਲਫਰਡ ਨੋਬਲ ਨੇ ਕੀਤੀ ਸੀ। ਇਹ ਵੀ ਕੁਐਸਚਨ ਬਹੁਤ ਵਾਰੀ ਆਇਆ ਕਿ ਨੋਬਲ ਪੁਰਸਕਾਰ ਦੀ ਸਥਾਪਨਾ ਕਦੋਂ ਅਤੇ ਕਿਸ ਨੇ ਕੀਤੀ? ਤਾਂ 1895 ਵਿੱਚ ਸਰ ਐਲਫਰਡ ਨੋਬਲ ਨੇ ਕੀਤੀ ਸੀ। ਇਹ ਜਿਹੜਾ ਹੈਗਾ 6 ਫੀਲਡ ਵਿੱਚ ਦਿੱਤਾ ਜਾਂਦਾ। ਤਾਂ ਭੌਤਿਕ ਵਿਗਿਆਨ ਵਿੱਚ, ਰਸਾਇਣਕ ਵਿਗਿਆਨ ਵਿੱਚ, ਅਤੇ ਸ਼ਾਂਤੀ ਦੇ ਖੇਤਰ ਵਿੱਚ, ਸਿਹਤ ਦੇ ਖੇਤਰ ਵਿੱਚ, ਸਰੀਰਕ ਵਿਗਿਆਨ ਦੇ ਖੇਤਰ ਵਿੱਚ, ਅਤੇ ਅਰਥ ਸ਼ਾਸਤਰ ਦੇ ਖੇਤਰ ਵਿੱਚ ਜਿਹੜੇ ਆਪਣੇ ਮਾਹਰ ਹੁੰਦੇ ਆ ਉਹਨਾਂ ਨੂੰ ਇਹ ਪੁਰਸਕਾਰ ਦਿੱਤਾ ਜਾਂਦਾ। 9ਵਾਂ ਕੁਐਸਚਨ, ਰਣਜੀ ਟਰੋਫੀ ਕਿਸ ਖੇਤਰ ਵਿੱਚ ਖੇਡੀ ਜਾਂਦੀ? ਤਾਂ ਸਾਰਿਆਂ ਨੂੰ ਪਤਾ ਕਿ ਰਣਜੀ ਟਰੋਫੀ ਜਿਹੜੀ ਕ੍ਰਿਕਟ ਦੇ ਖੇਤਰ ਵਿੱਚ ਖੇਡੀ ਜਾਂਦੀ ਹੈ। 1934 ਵਿੱਚ ਇਹ ਸਟਾਰਟ ਕੀਤੀ ਗਈ ਸੀ। ਇਹ ਜਿਹੜੀ ਟਰੋਫੀ ਆ ਇਹ ਪਟਿਆਲੇ ਦੇ ਮਹਾਰਾਜਾ ਭੁਪਿੰਦਰ ਸਿੰਘ ਦੁਆਰਾ ਦਾਨ ਕੀਤੀ ਗਈ ਸੀ 1934 'ਚ, ਜੋ ਸਟਾਰਟ ਹੋਈ ਸੀ ਇਹ ਰਣਜੀ ਟਰੋਫੀ। ਨੀਰਜ ਚੋਪੜਾ ਕਿਸ ਖੇਡ ਨਾਲ ਜੁੜਿਆ ਹੈ? ਇਹ ਤਾਂ ਸਾਰਿਆਂ ਨੂੰ ਹੁਣ ਪਤਾ ਹੋਣਾ, ਕਿਉਂਕਿ ਹੁਣੇ ਉਹਨਾਂ ਨੇ ਓਲੰਪਿਕ ਵਿੱਚ ਜਿਹੜਾ ਗੋਲਡ ਮੈਡਲ ਪ੍ਰਾਪਤ ਕੀਤਾ। ਤਾਂ ਨੀਰਜ ਚੋਪੜਾ ਦਾ ਜਨਮ ਜਿਹੜਾ 24 ਦਸੰਬਰ 1997 ਕੰਦਾਰਾ ਵਿਖੇ ਹੋਇਆ। ਜਿਹੜਾ ਉਹਨਾਂ ਦਾ ਬੈਸਟ ਥਰੋ ਆ ਉਹਨਾਂ ਨੇ 99.94 ਮੀਟਰ ਸਟਾਕਹੋਮ ਸਵੀਡਨ ਵਿੱਚ ਲਾਇਆ ਸੀਗਾ ਜੈਵਲਿਨ ਥਰੋ ਵਿੱਚ। ਅਗਲਾ ਕੁਐਸਚਨ, ਆਗਾਹਾਂ ਕੱਪ ਕਿਹੜੀ ਖੇਡ ਨਾਲ ਜੁੜਿਆ? ਤਾਂ ਆਗਾਹਾਂ ਕੱਪ ਆ ਜਿਹੜਾ ਹਾਕੀ ਖੇਡ ਨਾਲ ਜੁੜਿਆ, ਇਸ ਨੂੰ ਬੇਟਨ ਕੱਪ ਦੇ ਨਾਂ ਨਾਲ ਵੀ ਜਾਣਿਆ ਜਾਂਦਾ। ਇਹ ਵੀ ਆ ਸਕਦਾ ਕਿ ਬੇਟਨ ਕੱਪ ਕਿਸ ਖੇਡ ਨਾਲ ਜੁੜਿਆ, ਤਾਂ ਉਹਦਾ ਆਨਸਰ ਵੀ ਹਾਕੀ ਹੀ ਹੋਊਗਾ।
ਪਹਿਲੀਆਂ ਰਾਸ਼ਟਰਮੰਡਲ ਖੇਡਾਂ ਕਦੋਂ ਹੋਈਆਂ, ਇਹ ਆਪਾਂ ਪਹਿਲਾਂ ਹੀ ਇਸ ਆਪਣੇ ਵੀਡੀਓ ਬਣਾ ਚੁੱਕੇ ਹਾਂ GK ਉੱਥੇ ਓਲੰਪਿਕ ਨੂੰ ਲੈ ਕੇ। ਤਾਂ 1930 ਵਿੱਚ ਕਨਾਡਾ ਵਿੱਚ ਪਹਿਲੀਆਂ ਓਲੰਪਿਕ ਖੇਡਾਂ ਹੋਈਆਂ ਸੀਗੀਆਂ, ਅਤੇ ਇਸ ਸਾਲ ਜਿਹੜੀਆਂ ਬਰਮਿੰਘਮ ਇੰਗਲੈਂਡ ਵਿੱਚ ਹੋਈਆਂ। ਇਹਨੂੰ ਤੁਸੀਂ ਧਿਆਨ ਨਾਲ ਪੜ੍ਹ ਲੈਣਾ। ਇਸ ਓਲੰਪਿਕ ਖੇਡਾਂ ਬਾਰੇ ਪਹਿਲਾਂ ਵੀਡੀਓ ਬਣਾਈ ਹੋਈ ਆ ਓਲੰਪਿਕ ਖੇਡਾਂ ਬਾਰੇ ਸਾਰੀ, ਉਹ ਤੁਸੀਂ ਜ਼ਰੂਰ ਵੇਖ ਲਿਓ। ਉਹ 'ਚ ਵੀ ਕਈ ਕੁਐਸਚਨ ਆ ਸਕਦੇ ਆ। ਭਾਰਤ ਦੀ ਸਭ ਤੋਂ ਵੱਡੀ ਸਿੰਚਾਈ ਦੀ ਨਹਿਰ ਕਿਹੜੀ ਆ? ਤਾਂ ਉਹ ਜਿਹੜੀ ਨਹਿਰ ਆ ਉਹ ਹੈਗੀ ਆ ਇੰਦਰਾ ਗਾਂਧੀ ਨਹਿਰ। ਇਹ ਟੋਟਲ 205 ਕਿਲੋਮੀਟਰ ਆ, ਜਿਸ ਦਾ 35% ਹਿੱਸਾ ਤਾਂ ਰਾਜਸਥਾਨ ਵਿੱਚ ਆ, ਅਤੇ ਬਾਕੀ ਜਿਹੜਾ 170% ਹਿੱਸਾ ਹੈਗਾ ਪੰਜਾਬ ਅਤੇ ਹਰਿਆਣੇ ਵਿੱਚ ਆ। ਇਹ ਰਾਜਸਥਾਨ ਦੀ ਪ੍ਰਮੁੱਖ ਨਹਿਰ ਆ। ਇਹਦਾ ਉਦਘਾਟਨ ਜਿਹੜਾ 31 ਮਾਰਚ 1958 ਈਸਵੀ ਨੂੰ ਹੋਇਆ ਸੀਗਾ, ਅਤੇ ਬਾਅਦ ਵਿੱਚ 1984 ਵਿੱਚ ਇਸ ਦਾ ਨਾਮ ਜਿਹੜਾ ਇੰਦਰਾ ਗਾਂਧੀ ਨਹਿਰ ਰੱਖਿਆ ਗਿਆ। ਤਾਂ ਇਹਨਾਂ ਕੁਐਸਚਨਾਂ ਤੁਸੀਂ ਲਿਖ ਲਿਓ, ਇਹ ਵੀ ਇੰਪੋਰਟੈਂਟ ਕੁਐਸਚਨ ਆ, ਕੁਛ ਵੀ ਪੁੱਛਿਆ ਜਾ ਸਕਦਾ ਪੇਪਰ ਵਿੱਚ। ਭਾਰਤ ਦੀ ਸਭ ਤੋਂ ਲੰਬੀ ਝੀਲ ਦਾ ਨਾਂ ਕੀ ਹੈ? ਤਾਂ ਭਾਰਤ ਦੀ ਸਭ ਤੋਂ ਲੰਬੀ ਝੀਲ ਦਾ ਨਾਂ ਵੇਮਨਨਾਡ ਝੀਲ ਆ, ਜਿਹੜੀ ਕਿ ਕੇਰਲਾ ਵਿੱਚ ਆ। ਇਹਦਾ ਏਰੀਆ ਹੈਗਾ 2033 ਸਕੁਅਰ ਕਿਲੋਮੀਟਰ, ਅਤੇ ਲੰਬਾਈ ਹੈਗੀ ਆ 96.5 ਕਿਲੋਮੀਟਰ, ਅਤੇ ਇਹਦੀ ਚੌੜਾਈ ਹੈ ਜਿਹੜੀ 14 ਕਿਲੋਮੀਟਰ ਆ। ਅਗਲਾ ਕੁਐਸਚਨ, ਸੰਵਿਧਾਨ ਦਾ ਕਿਹੜਾ ਲੇਖ ਬੁਨਿਆਦੀ ਫਰਜ਼ਾਂ ਨਾਲ ਸੰਬੰਧਿਤ ਹੈ? ਤਾਂ ਆਰਟੀਕਲ 51 ਜਿਹੜਾ ਬੁਨਿਆਦੀ ਫਰਜ਼ਾਂ ਨਾਲ ਸੰਬੰਧਿਤ ਆ। ਟੋਟਲ 470 ਆਰਟੀਕਲ ਆਪਣੇ, ਜਿਹਦੇ ਵਿੱਚ 25 ਪਾਰਟਾਂ ਵਿੱਚ ਵੰਡਿਆ ਹੋਇਆ ਅਤੇ 12 ਸ਼ਡਿਊਲ ਆ। ਹੁਣ ਤੱਕ ਇਹ ਜਿਹੜੇ ਸਾਰਾ ਕੁਛ 105 ਵਾਰੀ ਅਮੈਂਡ ਕੀਤਾ ਜਾ ਚੁੱਕਿਆ, ਅਤੇ ਹੁਣ 2022 ਵਿੱਚ 395 ਜਿਹੜੇ ਆ ਆਰਟੀਕਲ ਆਪਣੇ। ਤਾਂ ਇਹ ਵੀ ਪੁੱਛਿਆ ਜਾ ਸਕਦਾ ਕਿ ਇਹਨੂੰ ਕਿੰਨੀ ਵਾਰੀ ਅਮੈਂਡ ਕੀਤਾ ਜਾ ਚੁੱਕਿਆ ਭਾਰਤੀ ਸੰਵਿਧਾਨ ਨੂੰ? ਤਾਂ 105 ਵਾਰੀ ਅਮੈਂਡ ਕੀਤਾ ਜਾ ਚੁੱਕਿਆ। ਇਹਦੇ 25 ਪਾਰਟ ਆ ਅਤੇ 12 ਸ਼ਡਿਊਲ ਆ। ਅਗਲਾ ਕੁਐਸਚਨ, ਭਾਰਤ ਦੀ ਰੇਲਵੇ ਪ੍ਰਣਾਲੀ ਕਦੋਂ ਸਥਾਪਿਤ ਹੋਈ? ਤਾਂ ਹਰੇਕ ਕਾਮਨ ਹੀ ਕੁਐਸਚਨ ਆ, ਬਹੁਤ ਜਿਹੜਾ ਪੇਪਰਾਂ ਵਿੱਚ ਪੁੱਛਿਆ ਵੀ ਆ ਚੁੱਕਿਆ। ਤਾਂ 1853 ਈਸਵੀ ਵਿੱਚ 16 ਅਪ੍ਰੈਲ 1853 ਵਿੱਚ ਮੁੰਬਈ ਤੋਂ ਠਾਣਾ ਤੱਕ ਚੱਲੀ ਸੀ, ਜਿਹਦੀ ਲੰਬਾਈ ਸੀਗੀ 34 ਕਿਲੋਮੀਟਰ। ਅਗਲਾ ਕੁਐਸਚਨ, ਓਲੰਪਿਕ ਝੰਡੇ ਵਿੱਚ ਕਿੰਨੇ ਰੰਗ ਹੁੰਦੇ ਹਨ? ਤਾਂ ਓਲੰਪਿਕ ਰਿੰਗ ਤਾਂ ਸਾਰਿਆਂ ਨੂੰ ਪਤਾ ਹੀ ਕਿ 5 ਰਿੰਗ ਹੁੰਦੇ, ਤਾਂ ਰੰਗ ਵੀ ਤਾਂ 5 ਹੀ ਹੋਣਗੇ। 1913 ਵਿੱਚ ਓਲੰਪਿਕ ਫਲੈਗ ਨੂੰ ਜਿਹੜਾ ਪ੍ਰੈਜ਼ੈਂਟ ਕੀਤਾ ਗਿਆ ਸੀ, ਇਹਦੇ ਵਿੱਚ ਜਿਹੜੇ ਰੰਗ ਆ ਉਹ ਨੀਲਾ, ਪੀਲਾ, ਕਾਲਾ, ਹਰਾ ਅਤੇ ਲਾਲ ਹੁੰਦੇ ਹਨ। ਇਹ ਪੰਜੇ ਮਹਾਂਦੀਪ ਜਿਹੜੇ ਯੂਰਪ, ਅਫਰੀਕਾ, ਅਮਰੀਕਾ, ਏਸ਼ੀਆ ਅਤੇ ਆਸਟ੍ਰੇਲੀਆ ਨੂੰ ਰਿਪਰੈਜ਼ੈਂਟ ਕਰਦੇ ਆ। ਉਸ ਤੋਂ ਬਾਅਦ 18ਵਾਂ ਕੁਐਸਚਨ, ਭਾਰਤ ਦਾ ਪਹਿਲਾ ਰੱਖਿਆ ਮੰਤਰੀ ਕੌਣ ਸੀ? ਭਾਰਤ ਦਾ ਪਹਿਲਾ ਰੱਖਿਆ ਮੰਤਰੀ ਸਰਦਾਰ ਬਲਦੇਵ ਸਿੰਘ ਸੀ। ਉਹਨਾਂ ਦਾ ਜਨਮ, ਉਹ ਪੰਜਾਬ ਦੇ ਰਹਿਣ ਵਾਲੇ ਸੀਗੇ, ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਦੇ ਸਨ। ਤਾਂ 11 ਜੁਲਾਈ 1902 ਈਸਵੀ ਵਿੱਚ ਪਿੰਡ ਡੂਮਣਾ, ਜ਼ਿਲ੍ਹਾ ਰੋਪੜ ਵਿੱਚ ਉਹਨਾਂ ਦਾ ਜਿਹੜਾ ਜਨਮ ਹੋਇਆ ਸੀਗਾ। ਫਿਰ 29 ਜੂਨ 1961 ਈਸਵੀ ਨੂੰ ਹਾਰਟ ਅਟੈਕ ਨਾਲ ਉਹਨਾਂ ਦੀ ਜਿਹੜੀ ਡੈਥ ਹੋ ਗਈ ਸੀ। 19ਵਾਂ ਕੁਐਸਚਨ, ਭਾਰਤ ਦਾ ਸਭ ਤੋਂ ਪਹਿਲਾ ਲੋਕਪਾਲ ਬਿੱਲ ਸੰਸਦ ਵਿੱਚ ਕਦੋਂ ਪਾਸ ਕੀਤਾ ਗਿਆ? ਤਾਂ 1968 ਵਿੱਚ ਜਿਹੜਾ ਬਿੱਲ ਪਾਸ ਕੀਤਾ ਗਿਆ। ਇਹ ਭ੍ਰਿਸ਼ਟਾਚਾਰ ਵਿਰੋਧੀ ਬਿੱਲ ਇਹਨੂੰ ਕਿਹਾ ਜਾਂਦਾ ਹੈ, ਅਤੇ ਇਹ ਜਿਹੜਾ ਇੰਸਪਾਇਰਡ ਸੀ, ਇਹ ਹਾਂਗਕਾਂਗ ਇੰਡੀਪੈਂਡੈਂਟ ਕਮਿਸ਼ਨ ਅਗੇਂਸਟ ਕਰਪਸ਼ਨ ਤੋਂ ਜਿਹੜਾ ਇੰਸਪਾਇਰਡ ਹੋ ਕੇ ਇਹ ਬਿੱਲ ਨੂੰ ਬਣਾਇਆ ਗਿਆ ਜੀ। ਅਗਲਾ ਕੁਐਸਚਨ ਹੈਗਾ, ਨੇਵੀ ਦਿਵਸ ਕਦੋਂ ਮਨਾਇਆ ਜਾਂਦਾ ਜਾਂ ਨੇਵੀ ਦਿਨ ਕਦੋਂ ਮਨਾਇਆ ਜਾਂਦਾ ਹੈ? ਤਾਂ ਨੇਵੀ ਦਿਵਸ ਜਿਹੜਾ 4 ਦਸੰਬਰ ਨੂੰ ਮਨਾਇਆ ਜਾਂਦਾ ਹੈ, ਅਤੇ ਇਹ ਆਪਰੇਸ਼ਨ ਟ੍ਰੀਡੈਂਟ ਦੀ ਯਾਦ ਵਿੱਚ ਮਨਾਇਆ ਜਾਂਦਾ। ਜਦੋਂ ਪਾਕਿਸਤਾਨ ਲੜਾਈ ਹੋਈ ਸੀ, ਤਾਂ ਪਾਕਿਸਤਾਨ ਦੀਆਂ 4 ਜਹਾਜ਼ਾਂ ਨੂੰ ਇੰਡੀਅਨ ਨੇਵੀ ਨੇ ਡੁਬੋ ਦਿੱਤਾ ਸੀ, ਅਤੇ ਕਰਾਚੀ ਦੀ ਬੰਦਰਗਾਹ ਨੂੰ ਖਤਮ ਕਰ ਦਿੱਤਾ ਸੀ। ਉਸ ਤੋਂ ਬਾਅਦ ਆ ਗਿਆ ਪੰਜਾਬ ਦੇ ਸਾਡੇ ਪੰਜਾਬ 'ਚ ਕੁਝ ਕੁਐਸਚਨ ਆ। ਸਾਡਾ ਪੰਜਾਬ ਬੁੱਕ ਬਹੁਤ ਵਧੀਆ, ਨਿਊ ਐਡੀਸ਼ਨ ਉਹਦਾ ਸ਼ਾਇਦ 2022 ਵਿੱਚ ਆ ਗਿਆ ਹੋਵੇ, ਤਾਂ ਉਹ ਜ਼ਰੂਰ ਖਰੀਦ ਕੇ ਤੁਸੀਂ ਪੜ੍ਹਿਓ, ਕਿਉਂਕਿ ਪੰਜਾਬ GK ਦੇ ਜਿੰਨੇ ਵੀ 10 ਤੋਂ 15 ਜਾਂ 20 ਨੰਬਰ ਦਾ ਕੁਛ ਵੀ ਆਉਂਦਾ, ਤਾਂ ਉਹ ਸਾਡੇ ਪੰਜਾਬ ਵਿੱਚੋਂ ਹੀ ਆਊਗਾ, ਉਸ ਤੋਂ ਬਾਹਰ ਨਹੀਂ ਆਊਗਾ। ਤਾਂ ਪਹਿਲਾ ਕੁਐਸਚਨ ਹੈਗਾ, ਰਸ਼ੀਦੀ ਟਿਕਟ ਕਿਸ ਦੀ ਰਚਨਾ ਹੈ? ਤਾਂ ਰਸ਼ੀਦੀ ਟਿਕਟ ਜਿਹੜੀ ਅੰਮ੍ਰਿਤਾ ਪ੍ਰੀਤਮ ਜੀ ਦੀ ਰਚਨਾ ਹੈ। ਪਹਿਲਾ ਪੰਜਾਬੀ ਸੂਫੀ ਕਵੀ ਹੋਣ ਦਾ ਮਾਣ ਕਿਸ ਨੂੰ ਪ੍ਰਾਪਤ ਹੋਇਆ? ਤਾਂ ਉਹ ਬਾਬਾ ਫਰੀਦ ਜੀ ਨੂੰ ਪ੍ਰਾਪਤ ਹੋਇਆ। ਤੀਜਾ ਕੁਐਸਚਨ, ਮਹੀਵਾਲ ਸ਼ਬਦ ਦਾ ਸ਼ਾਬਦਿਕ ਅਰਥ ਕੀ ਹੈ? ਤਾਂ ਇਹਦਾ ਅਰਥ ਹੈ ਮੱਝਾਂ ਚਾਰਨ ਵਾਲਾ। ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ? ਮਹਾਰਾਜਾ ਰਣਜੀਤ ਸਿੰਘ ਦਾ ਜਨਮ 1780 ਈਸਵੀ ਨੂੰ ਹੋਇਆ। ਅਗਲਾ ਕੁਐਸਚਨ, ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ? ਤਾਂ ਪਾਣੀਪਤ ਦੀ ਪਹਿਲੀ ਲੜਾਈ 21 ਅਪ੍ਰੈਲ 1526 ਈਸਵੀ ਨੂੰ ਹੋਈ ਸੀਗੀ। ਇਹ ਲੜਾਈ ਬਾਬਰ ਅਤੇ ਇਬਰਾਹਿਮ ਲੋਧੀ ਵਿੱਚ ਹੋਈ ਸੀ। ਇਹ ਵੀ ਪੁੱਛਿਆ ਵੀ ਕਿਹਨਾਂ ਵਿਚਕਾਰ ਹੋਈ ਸੀ। ਜੰਗਨਾਮਾ ਲੇਖਕ ਕੌਣ ਹੈ? ਜੰਗਨਾਮਾ ਦਾ ਲੇਖਕ ਕੌਣ ਹੈ? ਤਾਂ ਹੈ ਸ਼ਾਹ ਮੁਹੰਮਦ। 7ਵਾਂ ਕੁਐਸਚਨ, ਪਵਿੱਤਰ ਪਾਪੀ ਰਚਨਾ ਕਿਸ ਦੀ ਰਚਨਾ ਹੈ? ਤਾਂ ਨਾਨਕ ਸਿੰਘ ਜੀ ਦੀ ਰਚਨਾ ਹੈ। ਬਿਰਹਾਂ ਦਾ ਕਵੀ ਕਿਸ ਨੂੰ ਕਿਹਾ ਜਾਂਦਾ? ਸ਼ਿਵ ਕੁਮਾਰ ਬਟਾਲਵੀ ਨੂੰ ਬਿਰਹਾਂ ਦਾ ਕਵੀ ਕਿਹਾ ਜਾਂਦਾ ਹੈ। ਇਹ ਜਿਹੜੇ ਸਾਡੇ ਪੰਜਾਬ ਵਿੱਚੋਂ ਤੁਸੀਂ ਕਵਿਤਾਵਾਂ ਅਤੇ ਜਿਨ੍ਹਾਂ ਨੇ ਵੀ ਲਿਖੀਆਂ ਹੋਈਆਂ, ਸ਼ਿਵ ਕੁਮਾਰ ਬਟਾਲਵੀ ਦੀਆਂ, ਨਾਨਕ ਸਿੰਘ ਜੀ ਦੀਆਂ ਕਿਹੜੀਆਂ ਕਵਿਤਾਵਾਂ ਹਨ, ਜਾਂ ਕੁਛ ਉਹਨਾਂ ਨੇ ਕੀ ਲਿਖਿਆ, ਤਾਂ ਉਹ ਵਿੱਚ ਜ਼ਰੂਰ ਯਾਦ ਕਰ ਲਿਓ, ਕਿਉਂਕਿ 2 ਜਾਂ 3 ਕੁਐਸਚਨ ਇਸ ਤੋਂ ਜ਼ਰੂਰ ਪੁੱਛੇ ਜਾਂਦੇ ਹਨ। ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਕਿਉਂਕਿ ਇਹ ਪਾਰਟ 1 ਆ, ਤਾਂ ਆਪਾਂ ਪਾਰਟ 2 ਵੀ ਜਲਦੀ ਉਹਦਾ ਬਣਾ ਕੇ ਲੈ ਕੇ ਆਵਾਂਗੇ। ਧੰਨਵਾਦ।